ਹੁਣ ਦੁਨੀਆ ਦੇ ਐਸੇ ਇੰਜਨ ਬਣ ਗਏ ਜਿਹੜੇ ਸਿਰਫ ਜਿਨ੍ਹਾਂ 'ਚ ਪਾਣੀ ਹੁੰਦਾ ਹੀ ਨਹੀਂ। ਇੰਜਨ ਐਸੇ ਬਣੇ ਹੋਏ ਆ ਜਿਨ੍ਹਾਂ 'ਚ ਪਾਣੀ ਹੁੰਦਾ ਹੀ ਨਹੀਂ। ਜਾਂ ਤੇ ਉਹ ਹਵਾ ਨਾਲ ਠੰਡੇ ਹੁੰਦੇ ਆ, ਫਿਰ ਉਹ ਆਇਲ ਨਾਲ ਠੰਡਾ ਕਰਦੇ ਆ ਇੰਜਨ ਨੂੰ। ਇੰਜਨ ਦਾ ਆਇਲ ਕੂਲਰ ਐਡਾ ਵੱਡਾ ਲਾ ਦਿੰਦੇ ਆ ਕਿ ਉਹ ਇੰਜਨ ਆਇਲ ਕੂਲਰ ਨਾਲ ਹੀ ਸਾਰਾ ਠੰਡਾ ਹੋ ਜਾਂਦਾ। 260 ਗਰਮ ਨਹੀਂ ਹੁੰਦੇ, 260 ਬੇਸ਼ਤਰ ਗਰਮ ਹੁੰਦੇ ਆ ਜੀ, 50% ਗਰਮ ਹੁੰਦੇ ਆ। ਉਹਨੂੰ ਆ ਕੂਲਰ ਵੀ ਲੱਗਾ ਹੈ ਤੇ ਉਹਨੂੰ ਰੇਡੀਏਟਰ ਵੀ ਲੱਗਾ ਹੈ ਤੇ ਫਿਰ ਵੀ ਗਰਮ ਹੁੰਦੇ ਆ। ਅਗਰ ਆ 260 50 HP 60 HP ਦੀ ਕੂਲਿੰਗ ਪੂਰੀ ਨਹੀਂ ਕਰਦਾ ਤੇ 100 HP ਦੀ ਕੂਲਿੰਗ ਕਿਸ ਤਰ੍ਹਾਂ ਪੂਰੀ ਕਰੇਗਾ। ਅੱਛਾ ਜੀ, ਹਾਂ ਜੀ ਨਦੀਮ ਸਾਹਿਬ ਹੁਣ ਦੇਖੋ ਨਾ, ਆ ਜਿਹੜਾ ਆਇਲ ਕੂਲਰ ਹੈ, ਆ ਜਿਹੜਾ ਆਇਲ ਕੂਲਰ 260 ਨੂੰ ਲੱਗਦਾ ਹੈ, ਆ 260 ਨੂੰ ਆਇਲ ਕੂਲਰ ਲੱਗਦਾ ਹੈ। ਇਹੋ ਬਰਾਗ ਨੂੰ ਲੱਗਾ ਹੈ, ਇਹੋ ਹੀ ਆਇਲ ਕੂਲਰ ਉਹਨਾਂ ਨੇ ਲਾਇਆ ਹੈ। ਠੀਕ ਹੈ, ਇੱਕ ਸਿੰਪਲ ਇੱਕ ਪਾਈਪ ਹੈ, ਇੱਕ ਪੈਪ ਚੋਂ, ਔਰ ਆ ਪੈਪ ਕਿੱਡਾ ਮੋਟਾ ਹੈ, ਇੰਨਾ ਮੋਟਾ ਪੈਪ ਤੇਲ ਦਾ ਗੁਜ਼ਰ ਕੇ ਜਾਂਦਾ ਹੈ ਤੇ ਇਹਦੀ ਕੂਲਿੰਗ ਆ ਕਿੰਨੀ ਕਰੇਗਾ। ਜਦਕਿ ਅਸੀਂ ਆ ਦੂਸਰਾ ਜਿਹੜਾ ਰੇਡੀਏਟਰ ਲਾਣੇ ਆ, ਇਹਦਾ ਵਜ਼ਨ ਕਿੰਨਾ ਕਿ ਤੇ ਆ ਜਿਹੜਾ ਦੂਸਰਾ ਰੇਡੀਏਟਰ ਅਸੀਂ ਕੂਲਰ ਲਾਣੇ ਆ ਕਿੱਡਾ, ਜਿੱਡਾ ਰੇਡੀਏਟਰ ਉਹਦੇ ਜਿੱਡਾ। हाँ जी, हाँ जी। और किन्ने पाइप है, किन्नियां ट्यूब्स है, इन्हां चो जब पतली ट्यूब्स गुजर के जाता है, तेल गुजरेगा भी पतली ट्यूबा च और गुजरेगा भी स्लो जब स्लो गुजरेगा तो ठंडा हो जाएगा। जब तेल मोटी धार होएगी तो तेज सारा गुजरेगा, इको पैप चो गुजरेगा तो तेल पूरा कूलिंग नहीं हो पाता। नहीं जी, ਇਹਦੇ ਚ ਤੇਰੇ ਚ ਜ਼ਮੀਨ ਆਸਮਾਨ ਆ ਦੇਖੋ ਨਾ, ਹੁਣ ਲੋਕ ਕਹਿਣ ਕਿ ਆ ਦੋਨੋਂ ਇੱਕੋ ਹੀ ਬਰਾਬਰ ਹੋ ਗਏ ਤੇ ਆ ਦੋਨੋਂ ਹੁਣ ਦੇਖੋ ਤੁਸੀਂ ਅਗਰ ਭੇਡ ਦਾ ਬੱਚਾ ਤੇ ਊਂਠ ਬਰਾਬਰ ਕਰ ਦੋ ਤੇ ਆ ਸਮਝ ਲਓ ਇਹਦੇ ਅੱਗੇ ਆ ਦੇਖੋ ਇਹਦਾ ਤੇ ਇਹਦਾ ਮੁਆਜ਼ਨਾ ਕਰ ਲਓ ਤੁਸੀਂ। ਆ ਚੈੱਕ ਕਰੋ, ਆ ਕੀ ਹੈ, ਦੋ ਪੈਪਾਂ ਦੇ ਬਰਾਬਰ ਆ ਤਕਰੀਬਨ ਔਰ ਇਹਦੇ ਵਰਗੇ ਅਗਰ ਕੋਈ ਆ 4 ਲਾ ਦੇਣ ਜਾਂ 5 ਲਾ ਦੇਣ ਫਿਰ ਵੀ ਉਹਦੇ ਬਰਾबर नहीं होएगा क्योंकि पैप बड़ा खुला है, पैप बड़ा मोटा है। अब ब्रीक है, जिन्ना बरीक पैप होएगा उन्नी कूलिंग अच्छी होंदी है। ਇਹ ਜਿਹੜਾ ਨੇ ਕੂਲਰ ਤਿਆਰ ਕੀਤਾ ਹੈ ਸਿਰਫ ਇਹ ਪੈਪ ਚ ਜਾਣਾ ਹੈ, ਇਹ ਜਿਹੜੇ ਉੱਤੇ ਲਾਈਆਂ ਆ ਉੱਤੇ ਪੱਤਰੀ ਹੈ, ਆ ਉੱਤੇ ਪੱਤਰੀ, ਇਹਦਾ ਕੋਈ ਕੰਮ ਨਹੀਂ। ਆ ਪੱਤਰੀ ਆ ਪੈਪ ਦੀ ਹੀਟ ਕੱਢਦੀ ਹੈ। हाँ जी, पैप दी हीट ਕੱਢਦੀ है आ पतरिया, लेकिन पैप बड़ा मोटा है ना, मोटे पैप सारी जावे तेल जाएगा तो किन्नी को कूलिंग करता। आ सारे मामलात है। ਇਹ ਜੀ ਚੈੱਕ ਕਰੋ ਜੀ, ਇਹ ਬਰਾਕ ਵਾਲਿਆਂ ਨੇ ਲਾਇਆ ਜੀ ਇਹਨਾਂ ਜਿਹੜਾ ਆਇਲ ਕੂਲਰ ਹੈ। ਆ 260 ਵਾਲਾ ਹੈ, 260 ਆ 260 ਦਾ ਇੰਜਨ ਖੁੱਲਿਆ ਨਾ, ਦੇਖੋ 260 ਦਾ ਇੰਜਨ ਖੁੱਲਿਆ ਤੇ ਆ 260 ਦੇ ਇੰਜਨ ਦੇ ਉੱਤੇ ਲੱਗਾ। ਆ ਤੇ ਮੈਂ ਸਮਝਣਾ ਆ ਜਿਹੜਾ ਹੈਗਾ ਕੂਲਰ ਜਿਹੜਾ ਹੈ ਆ ਤੇ 260 ਦੀ ਕੂਲਿੰਗ ਵੀ ਪੂਰੀ ਨਹੀਂ ਕਰਦਾ। हाँ जी, हाँ जी, हाँ जी, इसे तरह देखो किन्ने लोगों को पता है, तमाम लोग मेरे नाल इतफाक करनगे, मेरी गल नाल, मेरे गल नाल इतफाक करनगे कि आ जेड़ा कूलर लगा होया 260 वाला 260 च लगा होया, 260 च लगा होया और 260 दे विच आ 260 दी कूलिंग पूरी करदा। क्या 260 गर्म नहीं होंदे, 260 बेशतर गर्म होंदे आ जी, 50% गर्म होंदे आ। ओनू आ कूलर भी लगा है ते ओनू रेडिएटर भी लगा है ते फिर भी गर्म होंदे आ। अगर आ 260 50 HP 60 HP दी कूलिंग पूरी नहीं करदा ते 100 HP दी कूलिंग किस तरह पूरी करेगा। हाँ जी, मतलब ये कंपनी च लगा आ रहा है इस टाइम, आ 260 च लगा आ रहा है। अच्छा अच्छा, 260 च लगा आ रहा और ਇਹੋ ਹੀ ਕੂਲਰ ਸਿਰਫ ਨਾ ਦਾ ਇੱਕ ਕੂਲਰ ਲੱਗਾ ਹੈ। ਉਹਦੀ ਉਹ ਕਾਰਕਰਦਗੀ ਜਿਹੜੀ ਹੈ ਨਾ, ਉਹ ਇੱਕ ਵੱਡਾ ਕੂਲਰ ਲਾ ਦੋ ਅੱਛੀ ਕੂਲਿੰਗ ਵਾਲਾ, ਉਹਦਾ ਸਿਰਫ ਨਾ ਇੱਕ ਕਰ ਦੇਣਾ ਕੋਈ ਵੱਡੀ ਗੱਲ ਨਹੀਂ। ਗੱਲ ਹੈ ਕਿ ਉਹਦੇ ਚੀਜ਼ ਵੀ ਤੇ ਹੋਏ। ਹੁਣ ਮੈਡੀਸਨ ਦੇ ਦੋ, ਮੈਡੀਸਨ ਦੇ ਵਿੱਚ ਉਹ ਸਾਲਟ ਹੀ ਨਾ ਹੋਏ, ਸਿਰਫ ਚਾਹ ਕੀ ਹੋਏ, ਫਿਰ ਕੀ ਆ ਸਮਝ ਲਓ ਚਾਹ ਕੀ ਹੈ ਨਾ। ਗੱਲ ਤੇ ਮਕਸਦ ਕਾਰਕਰਦਗੀ ਨਾਲ ਹੈ। ਹੁਣ ਓਡਾ ਵੱਡਾ ਕੂਲਰ ਜਿਹੜਾ ਸਾਡੇ ਗੱਡੀਆਂ ਨੂੰ ਲੱਗਾ ਹੁੰਦਾ ਹੈ ਨਾ, ਤੇ ਗੱਡੀਆਂ ਦਾ ਯਕੀਨ ਜਾਨੋ, ਜਦੋਂ ਸਰਦੀਆਂ ਸੀ ਲੋਕ ਕਹਿੰਦੇ ਨਦੀਮ ਸਾਹਿਬ ਗੱਡੀ 'ਚ ਥਰਮੋਸਟੇਟ ਵਾਲ ਵੀ ਹੈਗਾ ਹੈ। ਥਰਮੋਸਟੇਟ ਵਾਲ ਵੀ ਨਹੀਂ ਕੱਢਿਆ, ਲੇਕਿਨ ਗੱਡੀ ਸੂਈ ਨਹੀਂ ਚੁੱਕਦੀ। ਸੂਈ ਕਿਉਂ ਨਹੀਂ ਚੁੱਕਦੀ? ਥਰਮੋਸਟੇਟ ਵਾਲ ਲੱਗਾ ਹੋਇਆ। ਉਹ ਮੈਂ ਕਿਹਾ ਯਾਰ ਥਰਮੋਸਟੇਟ ਵਾਲ ਪਾਣੀ ਤੇ ਲੱਗਾ ਹੈ, ਉਹ ਬੰਦ ਹੈ, ਉਹ ਪਾਣੀ ਨਹੀਂ ਘੁੰਮਦਾ ਪਿਆ, ਲੇਕਿਨ ਤੇਲ ਤੇ ਹਰ ਟਾਈਮ ਘੁੰਮਦਾ ਪਿਆ। ਤੇ ਬਾਹਰ ਜਿਹੜੀ ਠੰਡ ਹੈਗੀ ਹੈ, ਸਰਦੀ ਆ, ਮੌਸਮ 20 ਡਿਗਰੀ ਤੋਂ ਥੱਲੇ ਆ, ਤੇ ਥਰਮੋਸਟੇਟ ਉਹ ਤੇਲ ਜਿਹੜਾ ਇੰਨੀ ਕੂਲਿੰਗ ਕਰਦਾ ਪਿਆ, ਉਹ ਪਾਣੀ ਨੂੰ ਗਰਮ ਹੀ ਨਹੀਂ ਹੋਣ ਦੇ ਰਿਹਾ। ਬਿਲਕੁਲ, ਉਹ ਹੁਣ ਤੇਲ ਦੀ ਵੀ ਕੂਲਿੰਗ ਹੈ। ਹੁਣ ਦੁਨੀਆ ਦੇ ਐਸੇ ਇੰਜਨ ਬਣ ਗਏ ਜਿਹੜੇ ਸਿਰਫ ਜਿਨ੍ਹਾਂ 'ਚ ਪਾਣੀ ਹੁੰਦਾ ਹੀ ਨਹੀਂ। ਅੱਛਾ ਅੱਛਾ, ਇੰਜਨ ਐਸੇ ਬਣੇ ਹੋਏ ਆ ਜਿਨ੍ਹਾਂ 'ਚ ਪਾਣੀ ਹੁੰਦਾ ਹੀ ਨਹੀਂ। ਜਾਂ ਤੇ ਉਹ ਹਵਾ ਨਾਲ ਠੰਡੇ ਹੁੰਦੇ ਆ, ਫਿਰ ਉਹ ਆਇਲ ਨਾਲ ਠੰਡਾ ਕਰਦੇ ਆ ਇੰਜਨ ਨੂੰ। ਇੰਜਨ ਦਾ ਆਇਲ ਕੂਲਰ ਐਡਾ ਵੱਡਾ ਲਾ ਦਿੰਦੇ ਆ ਕਿ ਉਹ ਇੰਜਨ ਆਇਲ ਕੂਲਰ ਨਾਲ ਹੀ ਸਾਰਾ ਠੰਡਾ ਹੋ ਜਾਂਦਾ। ਅਸੀਂ ਵੀ ਇਹੋ ਹੀ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਆਇਲ ਕੂਲਰ ਨਾਲ ਇੰਜਨ ਨੂੰ ਠੰਡਾ ਕੀਤਾ ਜਾਏ, ਫਿਰ ਉਸ ਤੋਂ ਬਾਅਦ ਫਿਰ ਬਾਕੀ ਪਾਣੀ ਵੀ ਹੈ। ਇਹ ਨਦੀਮ ਸਾਹਿਬ ਕਾਫੀ ਨਾ ਬੰਦੇ ਵਿੱਚੋਂ ਥਰਮੋਸਟੇਟ ਵਾਲ ਕੱਢ ਦਿੰਦੇ ਨੇ,
ਤੁਹਾਡਾ ਕੀ ਖਿਆਲ? ਕਈ ਆਂਦੇ ਨੇ ਦਸਤੀ ਜਾ ਕੱਢ ਦਿੰਦੇ ਨੇ। ਨਹੀਂ ਨਹੀਂ, ਉਹ ਦੇਖੋ ਥਰਮੋਸਟੇਟ ਸਾਡੇ ਇੱਥੇ ਲੋਕ ਪਤਾ ਕੀ ਕਰਦੇ ਆ, ਕੂਲੈਂਟ ਨਹੀਂ ਪਾਉਂਦੇ, ਕੂਲੈਂਟ ਨਹੀਂ ਪਾਉਂਦੇ। ਉਹ ਥਰਮੋਸਟੇਟ ਦੀ ਜਿਹੜੀ ਡੰਡੀ ਹੁੰਦੀ ਹੈ ਨਾ, ਉਹਦੀ ਜਿਹੜੀ ਉਹ ਬਰੀਕ ਜੀ ਡੰਡੀ ਹੁੰਦੀ ਹੈ, ਉਹ ਡੰਡੀ ਤੇ ਪੈ ਜਾਂਦਾ ਜ਼ੰਗ, ਉਹ ਥਰਮੋਸਟੇਟ ਫਸ ਜਾਂਦਾ। ਉਹਦਾ ਫਿਰ ਹੱਲ ਹੈ ਕਿ ਜਿਹੜਾ ਫਸ ਗਿਆ ਤੇ ਉਹਨੂੰ ਤੇ ਫਿਰ ਵਾਲ ਕੱਢਣਾ ਪਏਗਾ, ਖਰਾਬ ਹੋ ਗਿਆ ਤੇ ਅਗਰ ਉਹ ਤੁਸੀਂ ਉਹ ਥਰਮੋਸਟੇਟ ਵਾਲ ਵਰਕਿੰਗ ਕਰੇ ਤੇ ਫਿਰ ਉਹਨੂੰ ਕੱਢਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਬੰਦੇ ਜਾ ਕੇ ਨਾ ਦਸਤੀ ਸਭ ਤੋਂ ਪਹਿਲਾਂ ਇਹ ਕੱਢਦੇ, ਕਹਿੰਦੇ ਆਹ ਕੱਢ ਦੇ ਤੇਰੀ ਜਾਨ ਛੁੱਟ ਜਾਏਗੀ। ਨਹੀਂ, ਉਹ ਫਿਰ ਆਏ ਕਿ ਸਾਡੇ ਕਿਸੇ ਵੀ ਗੱਡੀ 'ਚ ਮਸਲਾ ਹੈ, ਥਰਮੋਸਟੇਟ ਵਾਲ ਕੱਢ ਦੋ, ਟੈਂਪਰੇਚਰ ਜਿਹੜਾ ਹਾਈ ਤੇ ਜਾ ਰਿਹਾ ਹੋਏਗਾ ਹਾਈ ਤੇ ਜਾਏਗਾ, ਲੇਕਿਨ ਉਹ ਸਟਾਰਟਿੰਗ ਦੇ ਪਹਿਲੇ ਪੀਰੀਅਡ ਲੰਬਾ ਹੋ ਜਾਂਦਾ ਔਰ ਜਿਸ ਟਾਈਮ ਗੱਡੀ ਖੜੀ ਕਰਦੇ ਉਹ ਜ਼ਿਆਦਾ ਟੈਂਪਰੇਚਰ ਵਾਪਸ ਆ ਜਾਂਦਾ। ਹੁਣ ਅਸੀਂ ਆਪਣੀ ਗੱਡੀਆਂ ਦੇ ਵਿੱਚ ਜਦ ਸਰਦੀਆਂ ਆ ਜਾਣ ਅਸੀਂ ਖੁਦ ਥਰਮੋਸਟੇਟ ਵਾਲ ਪਾ ਦਿੰਨੇ ਆ। ਅੱਛਾ, ਥਰਮੋਸਟੇਟ ਵਾਲ ਪਾ ਦੇਈਦਾ, ਸਾਡਾ ਆਪਣਾ ਲਾਈਟੈਕਸ ਡੱਬਾ ਹੈ। ਅੱਜ ਕੱਲ ਗਰਮੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਗਰਮੀ, ਅਗਰ ਥਰਮੋਸਟੇਟ ਵਾਲ ਵਿੱਚ ਰੱਖੀਏ 80 ਡਿਗਰੀ ਦੀ ਹਵਾ ਜਿਹੜੇ ਵੇ ਡੱਬੇ ਨੂੰ ਥੱਲੋਂ ਵੱਜਦੀ ਹੈ, ਉੱਤੋਂ ਧੁੱਪ ਵੱਜਦੀ ਥੱਲੋਂ, ਉਹ ਡੱਬਾ ਅੱਗੂ ਹੋ ਜਾਂਦਾ। ਫਿਰ ਅਸੀਂ ਥਰਮੋਸਟੇਟ ਵਾਲ ਕੱਢ ਦਿੰਨੇ ਤਾਂ ਕਿ ਹਵਾ ਠੰਡੀ ਬਾਡੀ ਨੂੰ ਵੱਜੇ ਔਰ ਏਸੀ ਦੀ ਕੂਲਿੰਗ ਅੱਛੀ ਹੋਏ। ਇੱਕ ਨਦੀਮ ਸਾਹਿਬ ਹੋਰ ਬੰਦਿਆਂ ਦੀ ਮੈਂ ਕਾਫੀ ਓਪੀਨੀਅਨ ਲਈ ਹੈ, ਬੰਦੇ ਨਾ ਸਾਈਡ ਵਾਲੇ ਟਾਪੇ ਲਾ ਦਿੰਦੇ ਨੇ। ਕੰਪਨੀ ਵਾਲੇ ਦੇਖੀ ਉਹ ਤੁਹਾਡੀ ਵੀਡੀਓ, ਸਾਈਡ ਵਾਲੇ ਟਾਪੇ ਲਾਣ ਨਾਲ ਉਹ ਆਏ ਕਿ ਉਹ ਕਹਿੰਦੇ ਕਿ ਸ਼ਾਇਦ ਇੰਜਨ ਨੂੰ ਜ਼ਿਆਦਾ ਹਵਾ ਵੱਜੇਗੀ, ਤਾਜ਼ਾ ਹਵਾ ਵੱਜੇਗੀ। ਔਰ ਚਾਹ ਹੁੰਦਾ ਕਿ ਹਵਾ ਦੀ ਜਿਵੇਂ ਸ਼ੀਲਡਾ ਲਾ ਦਈਏ ਨਾ, ਹਵਾ ਜਿਹੜੀ ਨਾ ਇੰਜਨ ਤੋਂ ਦੂਰ ਹੋ ਕੇ ਚੱਲਣ ਲੱਗ ਪੈਂਦੀ ਹੈ। ਇੰਜਨ ਤੋਂ ਦੂਰ ਹੋ ਕੇ ਚੱਲਣ ਲੱਗ ਪੈਂਦੀ ਹੈ, ਗੱਡੀ ਗਰਮ ਹੋਣ ਲੱਗ ਪੈਂਦੀ ਹੈ। ਅੱਛਾ, ਲਾ ਕੇ ਗਰਮ ਹੋਣ ਲੱਗ ਪੈਂਦੀ ਹੈ। ਉਹ ਆਂਦੇ ਨੇ ਨਹੀਂ ਹੁੰਦੀ, ਸਗੋਂ ਨਹੀਂ, ਉਹ ਬਸ ਆਪਣੀ ਸੋਚ ਹੈ। ਹਾਂ, ਅਗਰ ਸ਼ੀਲਡਾ ਹਵਾ ਚੱਲਣ 'ਚ ਰੁਕਾਵਟ ਪੈਦਾ ਕਰ ਰਹੀ ਹੈ, ਹਵਾ ਘੱਟ ਆ ਰਹੀ ਹੈ ਤੇ ਫਿਰ ਤੇ ਅਗਰ ਹਵਾ ਉਹ ਜ਼ਿਆਦਾ ਆ ਰਹੀ ਹੈ ਔਰ ਟਕਰਾ ਕੇ ਚੱਲ ਰਹੀ ਹੈ, ਉਹਨਾਂ ਦਾ ਮਕਸਦ ਹੁੰਦਾ ਕਿ ਜੇ ਸ਼ੀਲਡਾ ਲੱਥ ਗਈ ਹੈ ਨਾ ਤੇ ਜਿਹੜੀ ਸਾਈਡ ਦੀ ਹਵਾ ਹੁੰਦੀ ਹੈ ਨਾ, ਜਿਹੜੀ ਐਟਮੋਸਫੀਅਰ ਏਅਰ ਹੈ, ਉਹ ਇੰਜਨ ਨੂੰ ਜ਼ਿਆਦਾ ਵੱਜਦੀ ਹੈ। ਯਾਨੀ ਕਿ ਹਵਾ ਅਗਰ ਚੱਲ ਰਹੀ ਹੈ, ਹਵਾ ਚੱਲ ਰਹੀ ਹੈ, ਜਿਵੇਂ ਬਾਹਰ ਹਵਾ ਚੱਲਣ ਦੀ ਹੈ, ਹਵਾ ਚੱਲਣ ਦੀ ਹੈ, ਗੱਡੀ ਟਰੈਵਲ ਕਰ ਰਹੀ ਹੈ, ਇਸ ਤਰ੍ਹਾਂ ਅੱਗੇ ਆ ਰੇਡੀਏਟਰ ਪਿੱਛੇ ਨੂੰ ਹਵਾ ਸੁੱਟਦਾ ਤਾਂ ਇੰਜਨ ਨੂੰ ਵੱਜਦਾ ਹੈ। ਅਗਰ ਹਵਾ ਐਸ ਰੁਖ ਦੀ ਚੱਲ ਰਹੀ ਹੈ, ਪੂਰਾ ਚੱਲ ਰਿਹਾ, ਪਹਾੜੀਆ ਚੱਲ ਰਿਹਾ, ਦੱਖਣ ਚੱਲ ਰਿਹਾ, ਕੁਝ ਵੀ ਚੱਲ ਰਿਹਾ, ਹਵਾ ਚੱਲਣ ਦੀ ਹੈ ਤੇ ਉਹ ਇੰਜਨ ਨੂੰ ਇਧਰੋਂ ਪੂਰਾ ਵੱਜੇਗਾ, ਉਹਦੇ ਨਾਲ ਇੰਜਨ ਠੰਡਾ ਹੋ ਜਾਏਗਾ। ਆ ਗੱਲ ਹੁੰਦੀ ਹੈ। ਉਹ ਟਾਈਮ ਦਾ ਫਰਕ ਹੁੰਦਾ। ਅਗਰ ਹਵਾ ਨਾ ਚੱਲੇ ਤੇ ਫਿਰ ਸ਼ੀਲਡਾ ਲੱਗੀ ਹੋਈ ਆ, ਸਗੋਂ ਬਹੁਤੇ ਕੂਲਿੰਗ ਕਰੇਗੀ। ਤੇ ਅਗਰ ਪੂਰਾ ਚੱਲ ਰਿਹਾ ਹੋਏ, ਪਹਾੜੀਆ ਚੱਲ ਰਿਹਾ ਹੋਏ ਤੇ ਉਹਦੇ ਨਾਲ ਫਿਰ ਕੀ, ਉਹ ਹਵਾ ਤਾਜ਼ਾ ਹਵਾ ਆਉਂਦੀ ਹੈ, ਪੂਰੇ ਦੀ ਹਵਾ ਠੰਡੀ ਹੁੰਦੀ ਹੈ। ਇਧਰੋਂ ਪਹਾੜਾਂ ਤੋਂ ਜਿਹੜੀ ਹਵਾ ਆਉਂਦੀ ਹੈ ਉਹ ਠੰਡੀ ਹੁੰਦੀ ਹੈ। ਉਹ ਜਿਵੇਂ ਹਵਾ ਚੱਲ ਰਹੀ ਹੋਏ ਤੇ ਉਹ ਫਿਰ ਉਹਨੂੰ ਜਿਹੜੀ ਨਾ ਇੰਜਨ ਨੂੰ ਕੂਲਿੰਗ ਕਰੇਗੀ। ਅਗਰ ਉਹੀ ਹਵਾ ਜਿਹੜੀ ਹੈ ਇਧਰੋਂ ਪਛੋਂ ਚੱਲ ਰਹੀ ਹੋਏ ਤੇ ਉਹ ਲੋ ਹੋਏਗੀ, ਉਹ ਹਵਾ ਸਗੋਂ ਗਰਮ ਕਰੇਗੀ। ਇਹ ਨਾ ਜ਼ਿਮੀਂਦਾਰਾਂ ਦੀ ਆਪਣੀ ਸਾਇੰਸ ਹੈ, ਕੰਪਨੀ ਵਾਲਿਆਂ ਦੀ ਉਹ ਬਸ ਮੌਸਮ ਦੇ ਨਾਲ ਫਰਕ ਪੈ ਜਾਂਦਾ। ਉਸ ਹਿਸਾਬ ਨਾਲ ਨਾ ਕਈ ਆਂਦੇ ਨੇ ਜੀ ਇਹ ਥਰਮੋਸਟੇਟ ਬੰਦੇ ਦੇ ਇਹ ਵੀ ਵਿੱਚ ਬਣਿਆ ਨੇ ਕਿਹਾ ਜੀ ਥਰਮੋਸਟੇਟ ਜਿਹੜੀ ਕੰਪਨੀਆਂ ਦੇ ਰਹੀਆਂ ਨੇ ਨਾ ਵਾਲ, ਇਹ ਦਿੰਦੇ ਨੇ ਹਲਕਾ, ਜੇ ਦਸਤੀ ਨੂੰ ਜੰਗਾਲ ਪੈ ਜਾਂਦਾ ਤੇ ਖਰਾਬ ਹੋ ਜਾਂਦਾ। ਨਹੀਂ, ਉਹ ਵਾਲ ਦੀ ਵਜ੍ਹਾ ਨਹੀਂ, ਉਹਦੀ ਵਜ੍ਹਾ ਹੈ ਕਿ ਕੂਲੈਂਟ ਨਹੀਂ ਵੇਚਦਾ, ਉਹਦੇ ਵਿੱਚ ਡਿਟਰਜੈਂਟ ਨਹੀਂ ਹੈ, ਉਹਦੇ ਚ ਕੂਲੈਂਟ ਨਹੀਂ ਹੈ। ਉਹਦੇ ਵਿੱਚ ਕੰਪਨੀ ਕੋਲ ਲੈ ਕੇ ਉਹਦੇ ਵਿੱਚ ਭਾਵੇਂ ਤੁਸੀਂ ਕਿਸੇ ਕੰਪਨੀ ਦਾ ਕੂਲੈਂਟ ਪਾਓ, ਉਹਦੇ ਚ ਕੂਲੈਂਟ ਪਾਓ। ਠੀਕ ਹੋ ਗਿਆ ਨਹੀਂ।